आवो सज्जणा हो देखा दर्शन तेरा राम। घर आप नड़ै खड़ी तका मैं मन चाओ कनेरा राम। मन चाओ कनेरा सुन प्रभ मेरा मैं तेरा परवासा। दर्शन देख पई नह केवल जन्म मरण दुख नासा। सगली जोत जाता तू साई मिलिया पाए सुभाए। नानक साजन को बल जाइए साच मिले घर आए। दर्शन प्यासी दिन सरात चितवो आन दिन नीत। खोल कपट गुर मिलिया नानक हर संग मीत। सुन यार हमारे सज्जन एक करो बेनंतियाँ। मैं मूर्ख की केतक बात है कोट अपराधी तरियारे। गुरु नानक जन सुनिया पिखिया से फिर गर्भासना परिया रे। राधान राज पानान पान देवान देव उपमा महान सवर छतर तखत दे मालक। गद्दी ते विराजमान शब्दा अवतार शब्द गुरु साहिब श्री गुरु ग्रंथ साहिब महाराज। तिन्हां दे पावन हजूरी अंदर बैठ करके इलाही बाणी लड़ीवार जो शब्द ही आपां विचार करनी है। इसे शब्द नूं कीर्तन रूप विच गुरु के कीर्तनियां पासों आपां सरवण कर रहे सां। आओ विचार नाल जुड़िए। जुड़न तो पहले सारे रसना नूं सफला कर लईए। कोई रसना वांझी ना रह जावे। करो सुरतियां बिरतियां एकागर। सतनाम श्री वाहेगुरु सतनाम श्री वाहेगुरु साहेब जी गौड़ी। महला पंजवा गुर जी के दर्शन को बल जाओ। जप जप जीवा सतगुर नाम। पार ब्रह्म पूरन गुरदेव कर कृपा लागो तेरी सेवा। पार ब्रह्म पूरन गुरदेव कर कृपा लागो तेरी सेवा। गुरु के कीर्तनिया ने अस्थाई इस शब्द की बनाई सी गुर जी के दर्शन को बल जाऊं। पर मैं ए तुकां आप नाल दोहराइयां ने। पार ब्रह्म पूरन गुरदेव कर कृपा लागों तेरी से। ये जिहड़ी तुक है ये जिहड़ा बंद है ये रहाओ दा है।
ਤੇ ਇਸ ਰਹਾਉ ਦੇ ਬੰਦ ਦੇ ਵਿੱਚ ਸਾਰੇ ਦਾ ਸਾਰੇ ਸ਼ਬਦ ਦਾ ਜਿਹੜਾ ਨਸੋੜ ਹੈ। ਹੋਰ ਜਿਹੜੇ ਬੰਦ ਨੇ ਇਸ ਸ਼ਬਦ ਦੀ ਵਿਆਖਿਆ ਪਏ ਕਰਦੇ ਨੇ। ਜਿਵੇਂ ਇੱਕ ਧੁਰਾ ਹੁੰਦਾ ਹੈ ਨਾ, ਧੁਰੇ ਦੇ 4 ਚਫੇਰੇ ਪਹੀਆ ਚੱਲਦਾ ਹੈ। ਧੁਰਾ ਨਹੀਂ ਹੈ ਤੇ ਪਹੀਆ ਵੀ ਨਹੀਂ, ਧੁਰੇ ਦੇ ਚਫੇਰੇ ਪਹੀਆ ਚੱਲਦਾ ਹੈ। ਜਿਹੜਾ ਰਹਾਉ ਦਾ ਬੰਦ ਹੁੰਦਾ ਉਹ ਨਿਚੋੜ ਹੁੰਦਾ ਹੈ ਤੇ ਸਾਰਾ ਸ਼ਬਦ ਉਸ ਦੀ ਵਿਆਖਿਆ ਕਰਦਾ ਹੈ। ਜਦੋਂ ਵੀ ਆਪਾਂ ਅਰਥ ਵੇਖਣੇ ਹੋਣ ਨਾ, ਧਿਆਨ ਦਿਆ ਜੇ, ਜਿਨ੍ਹਾਂ ਨੇ ਆਪ ਅਰਥ ਵੇਖਣੇ ਹੋਣ ਘਰ ਜਾ ਕੇ ਰਹਾਉ ਦੀ ਬੰਦ ਤੋਂ ਸ਼ੁਰੂ ਕਰਿਆ ਕਰੋ, ਫਿਰ ਸਾਰੇ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਸ਼ਬਦ। ਹੁਣ ਮੇਰੇ ਸਾਹਿਬ ਜੀ ਕੀ ਕਹਿ ਰਹੇ ਨੇ? ਪਾਰ ਬ੍ਰਹਮ ਪੂਰਨ ਗੁਰਦੇਵਾ, ਪਾਰ ਬ੍ਰਹਮ ਪਰਮ ਜੋਤ ਪਰਮਾਤਮਾ। ਪਾਰ ਬ੍ਰਹਮ ਦੇ ਅਰਥ ਕਰਾਂਗੇ ਪਰਮਾਤਮਾ, ਪਰਵਤਗਾਰ, ਨਿਰੰਕਾਰ, ਜਿਸਨੂੰ ਮੇਰੇ ਸਾਹਿਬ ਜੀ ਕਹਿੰਦੇ ਨੇ ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਿਆਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰਮੁਦ ਅਜਰਾਇਲ ਗ੍ਰਿਫਤੇ ਦਿਲ ਹੀਜ ਨਦਾਨੀ ਜਨ ਪਿਸਰ ਪਦਰ ਵਿਰਾਦਰਾਂ ਕਸਤੇ ਦਸਤੰਗੀਰ ਆਖਰ ਪਿਫਤਮ ਕਸਨਾ ਦਾਰਦ ਚੂੰ ਸ਼ਬਦ ਤਕਬੀਰ ਸਭ ਰੋਜ਼ ਗਸਤਮ ਦਰਹਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚੀਨੀ ਅਹਵਾਲ ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਭਗੋਇਦ ਜੰਤੁਰਾ ਤੇਰੇ ਚਾਕਰਾ ਪਾਖਾ। ਹੁਣ ਬਹੁਤਾ ਤੇ ਪੱਲੇ ਵਿੱਚ ਨਹੀਂ ਪਿਆ ਹੋਣਾ, ਕਿਉਂਕਿ ਇਹ ਜਿਹੜਾ ਸ਼ਬਦ ਹੈ ਫਾਰਸੀ ਦੇ ਵਿੱਚ ਹੈ, ਗੁਰੂ ਨਾਨਕ ਸਾਹਿਬ ਮਹਾਰਾਜ। ਇਹਦਾ ਅਰਥ ਹੈ ਯਕ। ਯਕ ਤੋਂ ਭਾਵ ਹੈ ਇੱਕ, ਅਰਜ ਦਾ ਕਰਦੀ ਹੈ ਅਰਦਾਸ। ਕਿਆ ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼, ਹੇ ਦਾਤਾ ਜੀ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ। ਕਿਹਦੇ ਅੱਗੇ? ਜਿਸਨੂੰ ਇਸੇ ਪਾਰ ਬ੍ਰਹਮ ਆਖਿਆ, ਜਿਸਨੂੰ ਇੱਥੇ ਪਰਵਤਗਾਰ ਆਖਿਆ, ਜਿਸਨੂੰ ਇੱਥੇ ਨਿਰੰਕਾਰ ਕਿਹਾ ਗਿਆ। ਹੇ ਦਾਤਾ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ, ਤੁਸੀਂ ਮੇਰੀ ਕੰਨ ਦੇ ਕੇ ਸੁਣੋ। ਪਰ ਕੰਨ ਦੇ ਕੇ ਤਾਂ ਕਿਹਾ ਜਾ ਸਕਦਾ ਹੈ ਜਦੋਂ ਸਾਡਾ ਮਨ ਹੋਵੇ। ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ, ਮਨ ਰੱਖਿਆ ਕਰੋ ਗੁਰੂ ਕੀ ਸ਼ਰਨ ਦੇ ਵਿੱਚ। ਮਨ ਕਰਕੇ ਜਦੋਂ ਅਰਦਾਸ ਕਰਾਂਗੇ ਜ਼ਰੂਰ ਕੰਨ ਦੇ ਕੇ ਗੁਰੂ ਸਾਡੀ ਸੁਣ ਲਏਗਾ। ਤੇ ਮਨ ਕਰਕੇ ਅਰਦਾਸ ਤਾਂ ਹੋ ਸਕਦੀ ਹੈ ਦੁਨੀਆ ਮੁਕਾਮੇ ਫਾਨੀ, ਜਦੋਂ ਸਾਨੂੰ ਇਹ ਪਤਾ ਲੱਗੇਗਾ ਕਿ ਜਿਹੜੇ ਦੁਨੀਆ ਦੇ ਮੁਕਾਮ ਨੇ, ਅਸੀਂ ਮੁਕਾਮ ਹਾਸਲ ਕਰਨ ਵਾਸਤੇ ਸਾਰੀ ਦੀ ਸਾਰੀ ਆਪਣੀ ਜ਼ਿੰਦਗੀ ਲਗਾ ਦਿੰਦੇ ਹਾਂ। ਮੁਕਾਮ ਤੋਂ ਭਾਵ ਹੈ ਕੋਈ ਰੁਤਬਾ ਹਾਸਲ ਕਰਨਾ ਹੋਵੇ, ਕੋਈ ਵਸਤੂ ਹਾਸਲ ਕਰਨੀ ਹੋਵੇ, ਉਹਨੂੰ ਮੁਕਾਮ ਕਿਹਾ ਜਾਂਦਾ। ਕਹਿੰਦਾ ਵੀ ਮੈਂ ਆਪਣੇ ਮੁਕਾਮ 'ਤੇ ਜਾ ਕੇ ਠਹਿਰਨਾ, ਮੈਂ ਆਪਣੇ ਮੰਜ਼ਿਲ 'ਤੇ ਪਹੁੰਚਣਾ। ਮੁਕਾਮ ਹਾਸਲ ਕਰਨਾ ਸੰਸਾਰ ਦੇ ਵਿੱਚ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਬੰਦਾ ਮੁਕਾਮ ਹਾਸਲ ਕਰਦਾ ਰਹਿ ਜਾਂਦਾ ਹੈ, ਪਰ ਉਹ ਮੁਕਾਮ ਉਹਨੂੰ ਹਾਸਲ ਫਿਰ ਨਹੀਂ ਹੁੰਦਾ। ਪਰ ਜੇ ਕਿਧਰੇ ਇਹ ਪਤਾ ਲੱਗ ਜਾਏ ਦੁਨੀਆ ਮੁਕਾਮੇ, ਇਹ ਦੁਨੀਆ ਦੇ ਮੁਕਾਮ ਜਿੰਨੇ ਵੀ ਜੇ ਕਰ ਵੀ ਲਿਆ ਹਾਸਲ, ਪਹਿਲਾਂ ਤਾਂ ਹੁੰਦਾ ਹੀ ਨਹੀਂ, ਜੇ ਹੋ ਵੀ ਗਿਆ ਤੇ ਫਨਾ ਹੈ, ਇਹ ਫਾਨੀ ਹੈ। ਫਾਨੀ ਦਾ ਅਰਥ ਹੈ ਫਨਾ ਹੋ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਤੇ ਜੇ ਇਹ ਫਾਨੀ ਸੰਸਾਰ ਦਿਸਣ ਲੱਗ ਪਵੇ ਤਾਂ ਹੀ ਪਰਵਤਗਾਰ ਨੂੰ ਪਾਰ ਬ੍ਰਹਮ ਕਿਹਾ ਜਾ ਸਕਦਾ ਹੈ, ਤਾਂ ਹੀ ਪਰਵਤਗਾਰ ਵੱਲੇ ਧਿਆਨ ਲਾਇਆ ਜਾ ਸਕਦਾ ਹੈ, ਤਾਂ ਹੀ ਪਰਮ ਜੋਤ ਪਰਮਾਤਮਾ ਪਾਰ ਬ੍ਰਹਮ ਉਸ ਨੂੰ ਆਖਿਆ ਜਾ ਸਕਦਾ ਹੈ। ਤੇ ਅੰਦਰੋਂ ਜਦੋਂ ਪਾਰ ਬ੍ਰਹਮ ਪਰਮਾਤਮਾ ਕਵਾਂਗੇ ਨਾ, ਫਿਰ ਅੰਦਰੋਂ ਆਟੋਮੈਟਿਕਲੀ ਪਤਾ ਲੱਗ ਜਾਏਗਾ ਕਿ ਉਹ ਪੂਰਨ ਹੈ। ਅੱਗੇ ਆਇਆ ਨਾ ਪਾਰ ਬ੍ਰਹਮ ਪੂਰਨ। ਪੂਰਨ ਦੇ ਅਰਥ ਕਰਾਂਗੇ ਮੁਕੰਮਲ। ਹਰੇਕ ਮਨੁੱਖ ਮੁਕੰਮਲ ਨਹੀਂ ਹੈ। ਸਾਰੇ ਜਿੰਨੇ ਵੀ ਆਪੇ ਬੈਠੇ ਹਾਂ, ਆਪਾਂ ਜਿੰਨੇ ਵੀ ਹਾਂ ਸਾਰੇ ਅਧੂਰੇ ਹਾਂ, ਕੋਈ ਵੀ ਪੂਰਾ ਨਹੀਂ ਹੈ। ਪਰ ਜਦੋਂ ਸਵਾਸ ਨਿਕਲ ਜਾਂਦੇ ਨੇ ਉਦੋਂ ਪੂਰਾ ਆਖਿਆ ਜਾਂਦਾ ਵੀ ਫਲਾਣਾ ਪੂਰਾ ਹੋ ਗਿਆ। ਮਨੁੱਖ ਅਧੂਰਾ ਹੈ। ਧਿਆਨ ਦਿਆ ਜੇ ਕਿਵੇਂ ਅਧੂਰਾ ਹੈ। ਮਾਂ ਜਿਹੜੀ ਹੈ ਬੱਚੇ ਨੂੰ ਜਨਮ ਦੇ ਦਿੰਦੀ ਹੈ, ਜਨਮ ਦੇ ਕੇ ਉਹਨੂੰ ਸਿਖਾਉਣਾ, ਉਹਨੂੰ ਖਿਡਾਉਣਾ, ਉਹਨੂੰ ਪਾਲਣਾ ਅਧੂਰੀ ਹੈ। ਪਰ ਫਿਰ ਉਹਨੂੰ ਟੀਚਰ ਦੇ ਕੋਲ, ਪ੍ਰੋਫੈਸਰ ਕੋਲ ਪੜ੍ਹਨੇ ਪਾਉਣਾ ਪੈਂਦਾ ਹੈ। ਮਾਂ ਨੇ ਜਨਮ ਦਿੱਤਾ, ਟੀਚਰ ਨੇ ਪੜ੍ਹਾਇਆ, ਫਿਰ ਹੋਰ ਕਿਸੇ ਕੋਲ ਗਿਆ, ਉਹਨੇ ਕੰਮ ਸਿਖਾਇਆ, ਫਿਰ ਕੰਮ ਸਿੱਖਿਆ ਤੇ ਫਿਰ ਕਿਸੇ ਤੇ ਥਾਂ ਤੇ ਜਾ ਕੇ ਕੰਮ ਨੂੰ ਲੱਗਾ। ਇੱਕ ਨੇ ਕੋਈ ਸਾਰੇ ਗੁਣ ਨਹੀਂ ਦਿੱਤੇ, ਇੱਕ ਇੱਕ ਦੇ ਕੋਲੋਂ ਇੱਕ ਇੱਕ ਗੁਣ ਮਿਲਿਆ।
क्योंकि हुण एक मनुख दे कोल सारे गुण नहीं है। एक जन्म दे सकता है, पिता लिया के बाहरों कमा के खवा सकता है, माँ जन्म दे सकती है, टीचर जिहड़ा पढ़ा सकता है, अगला जिहड़ा है कोई काम सिखा के हथ दस्त वो काम ते ला सकता है। पर हर एक बंदा आपो अपनी ड्यूटी निभा रहा है, कोई पूरा नहीं है, सारे अधूरे हो गए ना। हुण मेरा दाता जिहड़ा है केवल एक आप पार ब्रह्म परमेश्वर पूरा है, सारे अधूरे ने। मेरे साहब जी अज दे पावन शब्द विच लिखदे ने हो कि पार ब्रह्म परमात्मा पूर्ण है, वो मुकम्मल है। ते जे मुकम्मल नाल जुड़ना है तो मेरे साहब जी दे ध्यान दिया जे मैं इसनूं खोलना दा यतन करा होर बाणी दियां तुकां लैके। पूरन पुरख अचुत अबनासी, जस वेद पुराणी गाया। पूरन पुरख, पूरन पुरख अचुत अविनाशी। अचुत अविनाशी, अविनाशी मीन्स नाश रहित परमात्मा। पुरख का अर्थ करांगे वो परमात्मा एक पुरख है, होर सगली नार सवाई। सो पुरख निरंजन, हर पुरख निरंजन, हर अगमा अगम अपारा। सब ध्यान है, सब ध्यान है तुद जी, हर सच्चे सिरजनहारा। सब जी तुम्हारे जी, तू जिया का दातारा। हर ध्यावो संतो जी, सब दुख विसारण हारा। हुण ये पुरख का भाव की है? वो एक वो पुरख है जिहड़ा सारियां थावां ते रमिया होया, जिसनूं असीं सर्व व्यापक कहने आ। वो जिहड़ा पुरख है संसार दे विच मेल फीमेल नर मादा असीं कहने आ, पुरख कहने आ, पर ये पुरख नहीं, पुरख परमात्मा है। वो जिहड़ा है वो मुकम्मल है। तो मेरे पातशाह कहते ने वो जिहड़ा पूਰਨ पुरख है, अचुत है, अविनाशी है। तो ओहदा जिहड़ा जस है ना, 4 वेद, 6 शास्त्र, 27 स्मृतियां, 18 पुराण, मीनस धार्मिक पुस्तकां ਜਿਹੜੀਆਂ ਹਨ उस मालक दे गुणां नूं गा रहीਆਂ ने, उस मालक नूं ਧਿਆ रहीਆਂ ने। कोई कह रहा है आपां बाणी विच पढ़दे आ ना, गावै को ताण होवै किसै ताण, गावै को दात जाणै निशान, गावै को गुण वडियाइयां 4, गावै को विद्या विखम विचार, गावै को साज करे तन खे। कोई उन्होंने गा रहा है, कोई बनाउण वाला है, बना के फिर मिटाउण वाला भी आप है। साजदा ते भाव है मीनस बनाउणा। जिहड़ी चीज़ साजी जाएगी, बनाई जाएगी, वो जरूर मिटेगी। ते जिहड़ी चीज़ प्रगट होंदी है ना, वो खत्म नहीं होती। गुरु ग्रंथ साहब महाराज दे प्रथाएं आपां पढ़दे हैं ना, प्रगट गुरां की दे, जो प्रभ को मिल बो चाहें, खोज शब्द में ले। गुरु ग्रंथ साहब महाराज जेड़े हन, धन गुरु ग्रंथ साहब महाराज, ये बाणी जेड़ी है ना प्रगट होई है। ते जेड़ी चीज़ प्रगट होवे वो खत्म नहीं होंदी, मुकदी नहीं। कई बार इसे खालसा साजना दिवस कहने हैं ना, खालसे की साजना हुई है। तो मेरा मन ये कहता है कि आप साजना ना कह के कहिए कि खालसा प्रगट होया। जिहड़ी साजना होती है, जिहड़ी चीज़ बनाई जाती है टुटती है, खत्म होती है, तो खालसा कभी खत्म हो सकता है? जिहड़ी चीज़ साजी जाए, बनाई जाए, खालसा साजना दिवस आप कहने हैं, खालसा सिरजना दिवस कह देने हैं। जिहड़ी चीज़ कोई सिरजी जाए ना, सिरजी मीनस बनाई जाए, वो टुट जाती है, खत्म हो जाती है। जिहड़ी बनी है टुटेगी, खत्म होएगी। पर जिहड़ी सिरजी नहीं जाती, जिहड़ी बनाई नहीं जाती, वो कभी खत्म नहीं होती। क्यों कि जिहड़ी प्रगट होती है ना चीज़, कभी खत्म नहीं होती। खालसा अकाल पुरख की फौज, मेरा बापू कहता प्रगटिओ, ये प्रगट होया जी, ਇਹਦਾ जन्म दिन ते आउंदा रहेगा। खालसे दा मरण दिन नहीं आउणा, ज्योति जोत नहीं आउणा। धन गुरु ग्रंथ साहिब महाराज दा प्रकाश परब ते मनाउंदे रहांगे, ज्योति जोत दिन नहीं ਇਹਦਾ नहीं आउणा। क्योंकि प्रगट गुरां की दे, जो प्रभ को मिलबो चाहें, खोज शब्द मेले। खालसा अकाल पुरख की फौज, प्रगटियो खालसा परमात्म की मौज।
ਤੇ ਗੁਰੂ ਨਾਨਕ ਪ੍ਰਥਾਏ ਮੇਰੇ ਪਾਤਸ਼ਾਹ ਜੀ ਦੇ ਪ੍ਰਥਾਏ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ, ਪ੍ਰਗਟ ਹੋਇਆ ਹੈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਗੁਰੂ ਨਾਨਕ ਪ੍ਰਗਟ ਹੋਇਆ, ਉਹ ਜੋਤ ਪ੍ਰਗਟ ਹੋਈ ਹੈ। ਸਤਿਗੁਰ ਨਾਨਕ ਪ੍ਰਗਟਿਆ। ਆਪਾਂ ਇਹ ਤੇ ਨਹੀਂ ਕਹਿੰਦੇ ਵੀ ਸਤਿਗੁਰ ਨਾਨਕ ਜਨਮਿਆ, ਨਹੀਂ ਜੀ, ਜਨਮਿਆ ਨਹੀਂ ਕਹਿਣਾ, ਪ੍ਰਗਟ ਹੋਇਆ। ਸਤਿਗੁਰ ਨਾਨਕ ਪ੍ਰਗਟਿਆ। ਜਦੋਂ ਪ੍ਰਗਟ ਚੀਜ਼ ਹੁੰਦੀ ਹੈ, ਹੁਣ ਜੋਤ ਹੈ, ਆ ਇਹਦੇ ਵਿੱਚ ਲਾਈਟ ਹੈਗੀ ਹੈ ਨਾ ਜੀ, ਝੂਮਰ ਦੇ ਵਿੱਚ ਇਹਨਾਂ ਬੱਤੀਆਂ 'ਚ ਲਾਈਟ ਹੈਗੀ ਹੈ, ਬੁਝਾਓਗੇ ਤੇ ਕਿੱਥੇ ਚਲੇ ਥੋੜੀ ਜਾਣੀ ਹੈ ਲਾਈਟ। ਤੇ ਤਾਰਾਂ ਦੇ ਵਿੱਚ ਤੇ ਲਾਈਟ ਤੇ ਹੈਗੀ ਹੈ ਨਾ, ਪਰ ਦਿਸਣੋਂ ਹਟ ਗਈ। ਬਟਨ ਔਨ ਕਰੋਗੇ ਤੇ ਦਿਸਣ ਲੱਗ ਜਾਏਗੀ, ਲਾਈਟ ਤੇ ਹੈਗੀ ਹੈ ਨਾ। ਤਾਰਾਂ ਦੇ ਵਿੱਚ ਲਾਈਟ ਤੇ ਚੱਲ ਰਹੀ ਹੈ ਨਾ, ਬੱਤੀ ਤੇ ਚੱਲ ਹੀ ਰਹੀ ਹੈ ਨਾ। ਬਲਬ ਬੰਦ ਕਰੋ ਦਿਸਣੋਂ ਹਟ ਜਾਏਗੀ, ਬਟਨ ਦਬਾਓ ਦਿਸਣ ਲੱਗ ਪਏਗੀ। ਗੱਲ ਇੰਨੀ ਕੁ ਹੈ। ਬੰਦਿਆਂ ਤੂੰ ਉਸ ਪ੍ਰਮਾਤਮਾ ਨੂੰ ਯਾਦ ਕਰ। ਮੈਂ ਸਿਰਫ ਉਦਾਹਰਣ ਦਿੱਤਾ ਹੈ। ਤੂੰ ਉਸ ਮਾਲਕ ਨੂੰ, ਪ੍ਰਮਾਤਮਾ ਨੂੰ ਯਾਦ ਕਰ। ਜਿੱਥੇ ਵੀ ਯਾਦ ਕਰਾਂਗੇ ਉਹ ਕਰੇਗਾ, ਉੱਥੇ ਤੇਰੇ ਕੋਲ ਪ੍ਰਗਟ ਹੋ ਜਾਏਗਾ, ਉੱਥੇ ਤੇਰੇ ਵਾਸਤੇ ਹਾਜ਼ਰ ਨਾਜ਼ਰ ਹੈ। ਯਾਦ ਤੇ ਕਰ ਅੰਦਰ ਉਸ ਨੂੰ, ਪ੍ਰਮਾਤਮਾ ਨੂੰ ਧਿਆ ਤੇ ਸਹੀ। ਉਹ ਹਰ ਥਾਂ ਤੇ ਹੈ, ਹਰ ਥਾਂ ਤੇ ਮੌਜੂਦ ਹੈ। ਬੱਤੀ ਲਾਈਟ ਜਿਹੜੀ ਹੈ ਹਰ ਤਾਰ ਦੇ ਵਿੱਚ ਹੈ। ਜੇ ਪਿੱਛੋਂ ਕਨੈਕਸ਼ਨ ਆ ਰਿਹਾ ਤਾਂ ਬਲਬ ਅੱਗੇ ਉਹ ਲਾਓਗੇ ਪ੍ਰਗਟ ਹੋ ਜਾਏਗੀ। ਬੱਤੀ ਪਿੱਛੋਂ ਆ ਰਹੀ ਅੱਗੇ ਬਲਬ ਕੋਈ ਨਹੀਂ। ਜੇ ਹੈਗਾ ਵੀ ਹੈ ਤੇ ਫਿਊਜ਼ ਹੈ, ਉਹ ਫਿਊਜ਼ ਉੱਡਿਆ ਪਿਆ, ਉਹਦਾ ਪ੍ਰਗਟ ਨਹੀਂ ਹੋਏਗੀ। ਲਾਈਟ ਹੈ। ਮੇਰੇ ਬਾਪੂ ਨੇ ਕਿਹਾ ਮਨੁੱਖ ਧਿਆਨ ਦੇ, ਪ੍ਰਮਾਤਮਾ ਤੇਰੇ ਅੰਦਰ ਹੈ, ਪਰ ਪ੍ਰਗਟ ਕਿਵੇਂ ਕਰਨਾ ਹੈ? ਜਿਵੇਂ ਇੱਕ ਬਲਬ ਦਾ ਪ੍ਰਗਟ ਕਰਨ ਵਾਸਤੇ ਸੁੱਚ ਔਨ ਕਰਨਾ ਪੈਣਾ। ਤੇਰਾ ਮਨ ਰੂਪੀ ਸੁੱਚ ਔਨ ਕਰ, ਰੱਬ ਦੇ ਵੱਲ ਲਾ। ਮਨ ਕਦੀ ਪ੍ਰਮਾਤਮਾ ਦੇ ਚਰਨਾਂ ਦੇ ਵੱਲ ਜੋੜ, ਤੇਰੇ ਅੰਦਰੋਂ ਹੀ ਉਹ ਪ੍ਰਮਾਤਮਾ ਨੇ ਪ੍ਰਗਟ ਹੋ ਜਾਣਾ ਹੈ। ਤੇ ਮੇਰੇ ਸਤਿਗੁਰੂ ਜੀ ਕਹਿ ਰਹੇ ਨੇ, ਇੱਕ ਉਹ ਜਿਹੜੀ ਜੋਤ ਹੈ, ਪ੍ਰਮਾਤਮਾ ਹੈ, ਉਹ ਵਾਹਿਗੁਰੂ ਹੈ, ਉਹ ਪ੍ਰਗਟ ਹੈ, ਉਹ ਕਦੀ ਮਿਟਦੀ ਨਹੀਂ। ਹੁਣ ਕਿਸੇ ਨੇ ਇਸ ਇਸ਼ਾਰਾ ਦੇ ਦਿੱਤਾ ਵੀ ਆਹ ਜਿਹੜੀ ਜੋਤ ਹੈ ਆਈ ਕਿੱਥੋਂ ਹੈ? ਜਦੋਂ ਮੂਵਮੈਂਟ ਕਰਦੀ ਹੈ, ਜੋਤ ਕਰਦੀ ਹੈ, ਹਿਲ ਜੁਲ ਕਰ ਰਹੀ ਹੈ, ਕਿਸੇ ਨੇ ਕਿਹਾ ਵੀ ਜੋਤ ਦੱਸੋ ਕਿੱਥੋਂ ਆਈ ਹੈ? ਕੋਈ ਦੱਸ ਸਕਦਾ ਵੀ ਕਿੱਥੋਂ ਆਈ ਹੈ? ਨਹੀਂ ਦੱਸ ਸਕਦਾ। ਪਰ ਮਾੜੀ ਜੀ ਫੂਕ ਮਾਰੋ, ਜੋਤ ਗਈ ਕਿੱਥੇ? ਕੋਈ ਦੱਸ ਸਕਦਾ ਵੀ ਹੁਣ ਜੋਤ ਉਹ ਗਈ ਕਿੱਥੇ? ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਉਹ ਪ੍ਰਮਾਤਮਾ ਐਵੇਂ ਹੈ, ਉਹਦੇ ਪਰਥਾਏ ਕੋਈ ਨਹੀਂ ਦੱਸ ਸਕਦਾ ਵੀ ਪ੍ਰਮਾਤਮਾ ਆਇਆ ਕਿੱਥੋਂ ਹੈ ਤੇ ਗਿਆ ਕਿੱਥੇ ਹੈ। ਉਹ ਨਾ ਆਉਂਦਾ ਹੈ ਨਾ ਜਾਂਦਾ ਹੈ, ਉਹ ਸਭ ਦੇ ਵਿੱਚ ਸਮਾਉਂਦਾ ਹੈ ਤੇ ਕੇਵਲ ਪੂਰਨ ਉਹ ਹੀ ਹੈ ਜਿਹਨੂੰ ਅਸੀਂ ਪਰਿਪੂਰਨ ਕਹਿ ਦਿੰਦੇ ਹਾਂ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਪਏ ਨੇ, ਪਾਰ ਬ੍ਰਹਮਾ ਪੂਰਨ, ਇੱਕ ਉਹ ਪਾਰ ਬ੍ਰਹਮ ਪਰਮ ਜੋਤ ਪਰਮਾਤਮਾ ਪੂਰਨ ਹੈ। ਨਾਨਕ ਤੇ ਫਿਰ ਕੀ ਕਰੀਏ ਜੀ? ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਜੇ ਤੂੰ ਉਸ ਪਰਿਪੂਰਨ ਪਰਮਾਤਮਾ ਦੇ ਸੇਵਾ ਤੇ ਸਿਮਰਨ ਵਿੱਚ ਜੁੜ ਜਾਵੇਂ, ਜਾਂ ਫਿਰ ਤੇਰਾ ਕੋਈ ਲੇਖਾ ਜੋਖਾ ਵੀ ਨਹੀਂ ਕਰੇਗਾ। ਤੇਰਾ ਫਿਰ ਕਿਧਰੇ ਲੇਖਾ ਜੋਖਾ ਨਹੀਂ, ਕਿ ਉਹ ਲੇਖਾ ਜਿਹੜਾ ਹੈ ਧਰਮ ਰਾਏ ਦਰ ਕਾਗਦ ਹਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਦੇ ਦਰ, ਉਹ ਦਰ ਤੇ ਉਹ ਕਾਗਜ਼ ਉਹਦੇ ਫਾੜ ਦਿੱਤੇ ਜਾਂਦੇ ਨੇ, ਉਹਦਾ ਲੇਖਾ ਜੋਖਾ ਨਹੀਂ ਕੀਤਾ ਜਾਂਦਾ, ਕਿਉਂਕਿ ਜਿਹੜਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜ ਗਿਆ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਆਪਣਾ ਬਿਰਦ ਰੱਖਿਆ ਪਰਮੇਸ਼ਰ ਪੂਰਨ ਤੇ। ਜੇ ਮੈਂ ਰੁਕਿਆ ਹੋਇਆ, ਉਹ ਜਿਹੜਾ ਪਰਮੇਸ਼ਰ ਹੈ ਉਹਦਾ ਸੁਭਾਅ ਹੈ, ਉਸ ਪਰਮੇਸ਼ਰ ਨੇ ਆਪਣਾ ਸੁਭਾਅ ਇਹੋ ਜਿਹਾ ਜਤਾਇਆ ਕਿ ਨਾਨਕ ਨਾਮ ਧਿਆਇਆ। ਭਾਈ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਇਆ, ਉਸ ਨੇ ਆਪਣਾ ਬਿਰਦ ਰੱਖ ਲਿਆ। ਬਿਰਦ ਤੋਂ ਭਾਵ ਹੈ ਸੁਭਾਅ। ਤੇ ਉਹਨੇ ਬਾਂਹ ਫਕੜ ਠਾਕੁਰ ਹੋ ਕਿਦੀ, ਗੁਣ ਅਵਗੁਣ ਨਾ ਪਛਾਣੇ। ਉਹ ਪਰਿਪੂਰਨ ਪਰਮੇਸ਼ਰ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਮੁਕੰਮਲ ਜਿਹੜਾ ਹੈ, ਉਹ ਫਿਰ ਗੁਣ ਅਵਗੁਣ ਨਹੀਂ ਪਛਾਣਦਾ। ਫਿਰ ਬਾਂਹ ਫੜ ਕੇ ਉਹ ਭਵ ਸਾਗਰ ਵਿੱਚੋਂ ਡੁੱਬਦਿਆਂ ਨੂੰ ਬਾਹਰ ਕੱਢ ਲੈਂਦਾ ਹੈ। ਤੇ ਮੇਰਾ ਸਾਹਿਬ ਜੀ ਕਹਿੰਦੇ ਨੇ, ਕਹੋ ਨਾਨਕ
ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ। ਪੂਰਨ ਵਾਕ, ਮੈਂ ਪੂਰਨ ਤੇ ਫਿਰ ਆ ਗਿਆ। ਇਹਦੇ ਅਰਥ ਵੇਖੋ ਹੁਣ ਪੂਰਨ ਦੇ ਵੱਖਰੇ ਹੋ ਗਏ। ਕਿਆ ਕਹੋ ਨਾਨਕ ਤਿਸ ਸਭ ਬਲਿਹਾਰੀ। ਹੇ ਨਾਨਕ ਆਖ ਮੈਂ ਉਸ ਪ੍ਰਮਾਤਮਾ ਤੋਂ, ਪ੍ਰਭੂ ਤੋਂ ਮੈਂ ਬਲਿਹਾਰ ਜਾਵਾਂ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ, ਜਿਸ ਨੇ ਆਪਣੇ ਸੇਵਕ ਦਾ ਵਾਕ ਤੋਂ ਭਾਵੈ ਅਰਦਾਸ ਸੁਣ ਲਈ। ਹੁਣ ਬਾਪੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸੁਲਹੀ ਤੇ, ਇਹ ਲਾਸਟ ਦਾ ਸ਼ਬਦ ਹੈ, ਲਾਸਟ ਦੀ ਤੁਕ ਲਈ ਹੈ। ਸੁਲਹੀ ਤੇ ਨਾਰਾਇਣ ਰਾਖ, ਕਿਉਂਕਿ ਪੂਰਨ ਹੈ। ਤੇ ਜਿਹੜਾ ਸੁਲਹੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਅਟੈਕ ਕਰਨ ਲਈ ਆਉਂਦਾ ਹੈ ਤੇ ਮੇਰਾ ਬਾਪੂ ਕਹਿੰਦਾ ਹੈ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੁਆ ਨਾ ਪਾਕ। ਸੁਲਹੀ ਖਾਂ ਰਾਹ ਦੇ ਵਿੱਚ ਨਾਪਾਕ ਹੋ ਕੇ, ਅਪਵਿੱਤਰ ਹੋ ਕੇ ਸੜ ਕੇ ਮਰ ਗਿਆ। ਸੁਲਹੀ ਉੱਥੋਂ ਤੱਕ ਜਿੱਥੋਂ ਤੱਕ ਉਹ ਟਾਰਗੇਟ ਬਣਾ ਕੇ ਆਇਆ ਸੀ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਿਆ, ਕਿਉਂਕਿ ਪੂਰਨ ਜਿਹੜਾ ਪਰਿਪੂਰਨ ਪਰਮੇਸ਼ਰ ਹੈ ਉਸ ਨੂੰ ਧਿਆਇਆ। ਹੋਰ ਤੇ ਉਦਾਹਰਣ ਦੇ ਮੇਰੇ ਸਾਹਿਬ ਜੀ ਕਹਿੰਦੇ ਨੇ ਪ੍ਰਥਮੇ ਮਤਾ ਜੇ ਪਤਰੀ ਚਲਾਵੋ। ਮਤਾ ਕਹਿੰਦੇ ਨੇ ਮੈਨੂੰ ਮਸ਼ਵਰਾ ਦਿੱਤਾ ਗਿਆ ਕਿ ਹੁਣ ਸੁਲਹੀ ਖਾਂ ਆ ਰਿਹਾ, ਉਹਨੂੰ ਕੋਈ ਚਿੱਠੀ ਲਿਖ ਕੇ ਦੱਸਿਆ ਜਾਵੇ ਗੁਰੂ ਘਰ ਦੀ ਪਰੰਪਰਾ ਮਰਿਆਦਾ ਕੀ ਹੈ। ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਖ ਪਹੁੰਚਾਵੋ। ਪਹਿਲਾਂ ਸਲਾਹ ਦਿੱਤੀ ਗਈ ਵੀ ਉਹਨੂੰ ਚਿੱਠੀ ਲਿਖ ਕੇ ਅੱਗੇ ਭੇਜੀ ਜਾਵੇ, ਉਹ ਚਿੱਠੀ ਦੇ ਵਿੱਚ ਸਾਰਾ ਗੁਰੂ ਘਰ ਦਾ ਮਰਿਆਦਾ ਨੂੰ ਦੱਸਿਆ ਜਾਵੇ। ਜੇ ਇਹ ਨਹੀਂ ਕਰਨਾ ਤੇ ਗੁਰੂ ਸਾਹਿਬ ਜੀ ਫਿਰ ਚਿੱਠੀ ਨਹੀਂ ਭੇਜਣੀ ਤੇ ਦੋ ਬੰਦੇ ਹੀ ਭੇਜ ਦਈਏ, ਦੋ ਮਨੁੱਖ ਭੇਜ ਦਈਏ, ਜਿਨ੍ਹਾਂ ਦੇ ਵਿੱਚੋਂ ਸ੍ਰੇਸ਼ਟ ਮਨੁੱਖ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਬਹੁਤ ਸਿਆਣੇ ਨੇ। ਬਾਬਾ ਬੁੱਢਾ ਜੀ ਨੂੰ ਭੇਜੋ, ਜਾ ਕੇ ਗੁਰੂ ਘਰ ਦੀ ਮਰਿਆਦਾ ਦੱਸ ਦੇਣ। ਸੁਲਹੀ ਆ ਰਿਹਾ ਹੈ। ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਖ ਪਹੁੰਚਾਵੋ। ਫਿਰ ਕਿਆ ਤ੍ਰਿਤੀਏ ਮਤਾ ਕਿਛ ਕਰੋ ਪਾਇਆ। ਜੇ ਇਹ ਨਹੀਂ ਕਰਨਾ ਤੇ ਫਿਰ ਕੋਈ ਉਪਾਅ ਕਰੋ, ਜੰਗ ਯੁੱਧ ਅੱਗੋਂ ਲੜਨ ਦਾ ਹੀ ਕੁਛ ਕਰੋ ਉਪਾਅ। ਤੇ ਮੇਰਾ ਸਤਿਗੁਰੂ ਕਹਿੰਦੇ ਨੇ ਮੈਂ ਸਭ ਕਿਛ ਛੋੜ ਪ੍ਰਭ ਤੁਝ ਹੀ ਧਿਆਇਆ। ਹੇ ਮੇਰੇ ਮਾਲਕ ਮੈਂ ਸਾਰਾ ਕੁਝ ਛੱਡ ਦਿੱਤਾ, ਪ੍ਰਭ ਤੁਝ ਹੀ ਧਿਆਇਆ। ਪੂਰਨ ਪਾਰ ਬ੍ਰਹਮ ਪਰਮਾਤਮਾ, ਪਰਿਪੂਰਨ ਪਰਮ ਜੋਤ ਪਰਮਾਤਮਾ, ਹੇ ਵਾਹਿਗੁਰੂ ਮੈਂ ਸਾਰਾ ਕੁਝ ਛੱਡ ਕੇ ਮੈਂ ਤੈਨੂੰ ਧਿਆਇਆ ਹੈ। ਪਰਿਪੂਰਨ ਪਰਮਾਤਮਾ ਮੈਂ ਸਾਰਾ ਕੁਝ ਛੱਡ ਦਿੱਤਾ ਤੇ ਮੈਂ ਤੈਨੂੰ ਧਿਆਇਆ। ਹੁਣ ਦੇਖਿਆ ਜੀ ਆਪਾਂ ਇਹਨਾਂ ਦੋਵਾਂ ਸ਼ਬਦਾਂ ਦੇ ਅਰਥ ਕਰਤੇ, ਪਾਰ ਬ੍ਰਹਮ ਪੂਰਨ ਤੇ ਅੱਗੇ ਗੁਰਦੇਵ ਆਇਆ। ਪਾਰ ਬ੍ਰਹਮ ਪੂਰਨ ਗੁਰਦੇਵ, ਗੁਰਦੇਵ ਦੇਵ ਤੋਂ ਭਾਵ ਹੈ ਦੇਵਤਾ। ਤੇ ਇੱਥੇ ਕਰਾਂਗੇ ਅਰਥ ਗੁਰੂ ਦੇਵਤਾ। ਗੁਰੂ ਜਿਹੜਾ ਹੈ ਦੇਣ ਵਾਲਾ ਹੈ, ਦਿੰਦਾ ਹੈ, ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ ਗੁਰਦੇਵ ਮਾਤਾ, ਗੁਰਦੇਵ ਪਿਤਾ। ਗੁਰ ਦੇਵ ਦੇਵਤਾ, ਦੇਵ ਦਾ ਅਰਥ ਕਰੋ ਦੇਵਤਾ। ਗੁਰੂ ਉਹ ਹੈ ਜਿਹੜਾ ਸਾਨੂੰ ਰੋਜ਼ ਦੇਵਤਾ ਹੈ, ਰੋਜ਼ ਦੇਈ ਜਾਂਦਾ ਹੈ ਤੇ ਅਸੀਂ ਰੋਜ਼ ਲਈ ਜਾਂਦੇ ਹਾਂ। ਦੇਣ ਵਾਲੇ ਨੂੰ ਦੇਵਤਾ ਆਖਦੇ ਨੇ। ਕਈ ਵਾਰੀ ਅਸੀਂ ਬੰਦਿਆਂ ਨੂੰ ਵੀ ਕਹਿ ਦਿੰਦੇ ਹਾਂ ਫਲਾਨਾ, ਅੱਛਾ ਜੀ ਮੈਂ ਉਹਦਾ ਬੜਾ ਨਾਂ ਸੁਣਿਆ, ਬੜਾ ਚੰਗਾ ਹੈ। ਮਨੁੱਖ ਕੀ ਔਰ ਰੱਬ ਨੇ ਬਣਾਇਆ, ਰੱਬ ਨੇ ਤੇ ਉਹਨੂੰ ਦੇਵਤਾ ਹੀ ਬਣਾ ਦਿੱਤਾ। ਜਿਹਦਾ ਸੁਭਾਅ ਚੰਗਾ ਹੋਵੇ, ਦਿਆਲੂ ਹੋਵੇ, ਕਿਰਪਾਲੂ ਹੋਵੇ, ਆਪਣੇ ਕੋਲੋਂ ਹਰ ਕਿਸੇ ਦੀ ਮਦਦ ਕਰਦਾ ਹੋਵੇ ਤੇ ਅਸੀਂ ਆਮ ਹੀ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਜਾਂਦਾ ਹੈ ਫਲਾਨਾ ਰੱਬ ਨੇ ਕੀ ਬਣਾਇਆ, ਉਸ ਨੂੰ ਤੇ ਰੱਬ ਨੇ ਦੇਵਤਾ ਹੀ ਬਣਾਇਆ, ਮੀਨਸ ਦੇਣ ਵਾਲਾ ਹੈ। ਤੇ ਗੁਰੂ ਪਿਆਰਿਓ, ਗੁਰੂ ਦੇਵਤਾ ਹੈ। ਗੁਰੂ ਸਾਨੂੰ ਰੋਜ਼ ਦਿੰਦਾ ਹੈ, ਰੋਜ਼ ਦੇਈ ਜਾਂਦਾ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਦੇਣ ਵਾਲਾ ਦੇਈ ਤੁਰਿਆ ਜਾਂਦਾ, ਲੈਣ ਵਾਲੇ ਲਈ ਜਾਂਦੇ ਨੇ। ਕਈ ਲੈ ਕੇ ਮੁੱਕਰ ਵੀ ਪੈ ਜਾਂਦੇ ਨੇ, ਉਹ ਫਿਰ ਵੀ ਦੇਈ ਜਾਂਦਾ ਹੈ। ਹੁਣ ਅਸੀਂ ਲੈ ਕੇ ਮੁੱਕਰ ਹੀ ਪਏ ਹੋਏ ਹਾਂ।
ਤੇ ਗੁਰੂ ਪਿਆਰਿਓ, ਜੇ ਅਸੀਂ ਲੈ ਕੇ ਮੁੱਕਰ ਨਾ ਪਏ ਹੁੰਦੇ ਫਿਰ ਉਹਦਾ ਸ਼ੁਕਰਾਨਾ ਕਰਦੇ, ਫਿਰ ਅਸੀਂ ਉਹਦੇ ਸ਼ੁਕਰਾਨੇ ਵਿੱਚ ਦਿਨੇ ਰਾਤ ਜੁੜੇ ਰਹਿੰਦੇ। ਅਸੀਂ ਲੈ ਕੇ ਮੁੱਕਰ ਪਏ ਆ, ਪਰ ਮੁੱਕਰ ਪਿਆ ਨੂੰ ਵੀ ਉਹ ਦਈ ਤੁਰਿਆ ਜਾ ਰਿਹਾ ਹੈ, ਕਿਉਂਕਿ ਦੇਵਤਾ ਹੈ, ਦੇਣ ਵਾਲਾ ਹੈ। ਗੁਰਦੇਵ, ਗੁਰੂ ਦੇਣ ਵਾਲਾ ਹੈ। ਤੇ ਮੇਰੇ ਪਾਤਸ਼ਾਹ ਜੀ ਇੰਨੀਆਂ ਪੰਕਤੀਆਂ ਵਿੱਚ ਕਹਿ ਰਹੇ ਨੇ, ਪਾਰ ਬ੍ਰਹਮ ਪੂਰਨ ਗੁਰਦੇਵ। ਉਹ ਗੁਰੂ ਦੇਣ ਵਾਲਾ ਦਿੰਦਾ ਹੈ ਤੇ ਲੈਣ ਵਾਲੇ ਲਿੰਦੇ ਨੇ। ਇੱਕ ਉਹ ਪਰਿਪੂਰਨ ਪਰਮੇਸ਼ਰ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪੂਰੀ ਰਹੀ ਜਾਂ ਪੂਰਾ ਰਾਖੀ। ਜਦੋਂ ਪੂਰਾ ਰਾਖੀ ਕਰਦਾ ਹੈ ਨਾ, ਪੂਰੀ ਰਹੀ, ਉਹਦੀ ਫਿਰ ਇੱਜ਼ਤ ਸਦਾ ਬਣੀ ਰਹਿੰਦੀ ਹੈ। ਪੂਰੀ ਕਹਿੰਦੇ ਫਲਾਣੇ ਦੀ ਰਹਿ ਗਈ। ਕਈ ਵਾਰੀ ਕਹਿੰਦੇ ਆ ਮੇਰੀ ਰਹਿ ਆਵੇ, ਤੇ ਰਹਿ ਆਉਣ ਦੇ ਲਈ ਮਨੁੱਖ ਕਿੰਨਾ ਕੁਝ ਕਰਦਾ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪੂਰੀ ਰਹੀ ਜਾਂ ਪੂਰਾ। ਜਦੋਂ ਪਰਮਾਤਮਾ ਪੂਰੇ ਨੇ ਰਾਖੀ ਕੀਤੀ, ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ। ਤਾਕੀ ਦਾ ਅਰਥ ਕਰਾਂਗੇ, ਇੱਕ ਤਾਕੀ ਹੁੰਦੀ ਹੈ ਵਿੰਡੋ, ਜਿਹਨੂੰ ਅਸੀਂ ਉਹਨੂੰ ਵੀ ਤਾਕੀ ਆਖਦੇ ਨੇ ਆ। ਇੱਥੇ ਅਧਕ ਲਾ ਕੇ ਉਚਾਰਨ ਕਰੋ, ਤਾਕੀ, ਤੱਕੀ। ਜਿਸਨੇ ਪਾਰ ਬ੍ਰਹਮ ਦੀ ਸ਼ਰਨ ਲਈ, ਮਿੰਸ ਤੱਕੀ, ਜਿਹਨੇ ਤੱਕਿਆ ਸਹਾਰਾ ਪਰਮਾਤਮਾ ਦਾ, ਜਿਹਨੇ ਉਸ ਦੀ ਸ਼ਰਨ ਤੱਕੀ, ਜਿਹੜਾ ਉਸ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਪਾਰ ਬ੍ਰਹਮ ਕੀ ਸ਼ਰਨ ਜਨ। ਜਨ ਤੋਂ ਭਾਵ ਹੈ ਸੇਵਕ ਨੇ ਤੱਕ ਲਈ। ਤੇ ਜਿਹੜਾ ਸੇਵਕ ਪਾਰ ਬ੍ਰਹਮ ਪਰਮਾਤਮਾ ਦੀ ਸ਼ਰਨ ਤੱਕਦਾ ਹੈ, ਜਿਹੜਾ ਉਸ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ, ਮੇਰੇ ਸਾਹਿਬ ਜੀ ਕਹਿੰਦੇ ਨੇ, ਉਸ ਦੀ ਲੋਕ ਅਤੇ ਪਰਲੋਕ ਵਿੱਚ ਮੇਰਾ ਬਾਪੂ ਪੱਤ ਟੱਕ ਲੈਂਦਾ, ਇੱਜ਼ਤ ਰੱਖ ਲੈਂਦਾ ਹੈ। ਕੋੜ ਗਏ, ਪਰ ਗੁਰਦੇਵ ਦਾ ਲੜ ਜਿਹੜਾ ਫੜਦਾ ਹੈ, ਜਿਹੜਾ ਪਰਿਪੂਰਨ ਪਾਰ ਬ੍ਰਹਮ ਪਰਮਾਤਮਾ ਮੁਕੰਮਲ ਦੇ ਚਰਨਾਂ ਵਿੱਚ ਢਾਈਂਦਾ ਹੈ, ਉਹਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦਾ ਕੋੜ ਗਏ। ਕੋੜ ਮੀਨਸ ਅੰਦਰੋਂ ਫਿਰ ਝੂਠ ਨਿਕਲ ਜਾਂਦਾ ਹੈ। ਜਿਹੜਾ ਗੁਰੂ ਦੀ ਸ਼ਰਨ ਲਵੇ ਨਾ, ਤੇ ਗੁਰੂ ਕੀ ਕਰਦਾ ਹੈ, ਅੰਧਕਾਰ ਕੱਢਦਾ ਹੈ। ਪਹਿਲਾਂ ਹਨੇਰੇ ਨੂੰ ਦੂਰ ਕਰਦਾ ਹੈ, ਅੰਦਰ ਸਫਾਈ ਕਰ ਦਿੰਦਾ ਹੈ। ਜਦੋਂ ਅਸੀਂ ਘਰ ਵਿੱਚ ਰਹਿਣਾ ਸ਼ੁਰੂ ਕਰੀਏ ਤੇ ਫਿਰ ਕੀ ਪਹਿਲਾਂ ਕਰਨੇ? ਪਹਿਲਾਂ ਅੰਦਰ ਦੀ ਸਫਾਈ ਕਰਨੀ। ਪਹਿਲਾਂ ਅੰਦਰ ਦੀ ਸਫਾਈ ਕਰਕੇ ਫਿਰ ਸਮਾਨ ਅੰਦਰ ਰੱਖਨੇ ਆ, ਫਿਰ ਅੰਦਰ ਜਾਣੇ ਆ। ਤੇ ਮੇਰਾ ਗੁਰੂ ਵੀ ਪਹਿਲਾਂ ਸਾਡੇ ਅੰਦਰ ਦੀ ਸਫਾਈ ਕਰਦਾ ਹੈ। ਅੰਦਰ ਕੀ ਹੈ? ਵਿਕਾਰ ਨੇ, ਮੈਲ ਹੈ, ਕੋੜ ਹੈ, ਝੂਠ ਹੈ, ਇਸ ਨੂੰ ਬਾਹਰ ਕੱਢ ਕੇ ਰੱਖ ਦਿੰਦਾ। ਮੈਂ ਕਹਾਂ ਜਦੋਂ ਸਾਡੇ ਅੰਦਰੋਂ ਇਹ ਸਭ ਕੁਝ ਬਾਹਰ ਨਿਕਲਣਾ ਸ਼ੁਰੂ ਹੋ ਜਾਵੇ ਨਾ, ਉਦੋਂ ਸਮਝ ਲੈਣਾ ਚਾਹੀਦਾ ਕਿ ਗੁਰੂ ਦੀ ਰਹਿਮਤ ਸਾਡੇ ਤੇ ਹੁਣ ਵਰਤਣ ਲੱਗ ਪਈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨੇਤਰਾਂ ਦੇ ਵਿੱਚੋਂ ਵੈਰਾਗ ਆਉਣਾ ਸ਼ੁਰੂ ਹੋ ਜਾਵੇ ਤੇ ਸਮਝ ਲੈਣਾ ਮਿਲਾਪ ਹੋਣ ਦਾ ਮਾਰਗ ਰਸਤਾ ਤੁਰ ਪਿਆ। ਤੇ ਜਿੰਨਾ ਚਿਰ ਵੈਰਾਗ ਨਹੀਂ ਆਉਂਦਾ, ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਗੁਰੂ ਕੀ ਸ਼ਰਨ ਵਿੱਚ ਆਉਂਦੇ ਹਾਂ, ਅੰਦਰ ਜਿਹੜਾ ਹਿੱਲਦਾ ਨਹੀਂ ਹੈ, ਅੰਦਰ ਮਨ ਦੇ ਤੱਕ ਇਹ ਸ਼ਬਦ ਪਹੁੰਚਦਾ ਨਹੀਂ ਹੈ, ਉਹਨਾਂ ਚਿਰ ਮਿਲਾਪ ਵਾਲਾ ਵੀ ਮਾਰਗ ਨਹੀਂ ਖੁੱਲਦਾ। ਮੇਰੇ ਸਾਹਿਬ ਜੀ ਕਹਿੰਦੇ ਨੇ, ਮਨ ਚਾਓ ਭਇਆ ਬੈਰਾਗੀਆਂ ਬਲਰਾਮ ਜੀਓ। ਮਨ ਵਿੱਚ ਚਾਹ ਆਏਗਾ ਫਿਰ ਵੈਰਾਗ ਆਏਗਾ। ਜੇ ਚਾਹ ਨਹੀਂ ਹੈ ਨਾ ਮਿਲਾਪ ਦਾ, ਤੇ ਬੈਰਾਗ ਵੀ ਨਹੀਂ ਹੈ। ਜੇ ਚਾਹ ਆਏਗਾ ਤੇ ਬੈਰਾਗ ਆਏਗਾ, ਜੇ ਬੈਰਾਗ ਆ ਗਿਆ ਤੇ ਜ਼ਰੂਰ ਮਿਲਾਪ ਵੀ ਹੋ ਜਾਏਗਾ। ਜਦੋਂ ਬੈਰਾਗ ਆਏਗਾ ਨਾ, ਉਦੋਂ ਗੁਰੂ ਨੂੰ ਸਾਡੇ ਉੱਤੇ ਬੜਾ ਤਰਸ ਆਏਗਾ ਵੀ ਹੁਣ ਇਹ ਵੈਰਾਗ ਦੇ ਵਿੱਚ ਆ ਗਿਆ, ਉਪਰਾਮਤਾ ਵਿੱਚ ਆ ਗਿਆ। ਤੇ ਉਪਰਾਮਤਾ ਹੀ ਪਰਮਾਤਮਾ ਦਾ ਮਿਲਾਪ ਹੈ। ਜਿੰਨਾ ਚਿਰ ਸਾਡਾ ਉਪਰਾਮਤਾ ਨਹੀਂ ਸਾਡੇ ਅੰਦਰ ਆਉਂਦੀ, ਸੰਸਾਰ ਦਾ ਮੋਹ ਨਹੀਂ ਨਾ ਜਾਂਦਾ, ਜਿੰਨਾ ਚਿਰ ਅਸੀਂ ਇਸ ਦੇ ਵਿੱਚੋਂ ਸਾਡਾ ਵੈਰਾਗ ਨਹੀਂ, ਉਪਰਾਮਤਾ ਨਹੀਂ ਆਉਂਦੀ, ਉਹਨਾਂ ਚਿਰ ਮਿਲਾਪ ਦਾ ਮਾਰਗ ਨਹੀਂ ਜੇ ਖੁੱਲਦਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕੋੜ ਗਏ ਅੰਦਰੋਂ ਝੂਠ ਦੁਬਦਾ ਨਸੀ। ਤੇ ਜਦੋਂ ਅੰਦਰੋਂ ਝੂਠ ਨਿਕਲਦਾ ਹੈ, ਫਿਰ ਅੰਦਰੋਂ ਦੁਬਦਾ। ਦੁਬਦਾ ਦਾ ਅਰਥ ਹੈ ਦੁਚਿੱਤਾਪਨ। ਨਸੀ ਤੋਂ ਭਾਵ ਹੈ ਅੰਦਰੋਂ ਦੁਚਿੱਤਾਪਨ ਨਿਕਲ ਜਾਂਦਾ। ਤੇ ਜਦੋਂ ਦੁਚਿੱਤਾਪਨ ਨਿਕਲ ਜਾਵੇ, ਏਕ ਬਿਨਾ ਮਨ ਨੈ ਕਨਾਨੈ, ਉਦੋਂ ਫਿਰ ਇਹ ਅਵਸਥਾ ਬਣਦੀ ਹੈ, ਏਕ ਬਿਨਾ
ਮਨ ਨੈਕ, ਨੈਕ ਤੋਂ ਭਾਵ ਹੈ ਰਤਾ ਭਰ ਵੀ, ਹੋਰ ਦੂਸਰੇ ਦਾ ਖਿਆਲ ਨਹੀਂ ਆਉਂਦਾ। ਫਿਰ ਭਾਵ ਗੁਰੂ ਤੋਂ ਛੱਡ ਕੇ, ਆਪਣੇ ਗੁਰੂ ਨੂੰ ਛੱਡ ਕੇ ਹੋਰ ਕਿਸੇ ਦਾ ਖਿਆਲ ਨਹੀਂ ਆਉਂਦਾ। ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ। ਇੱਥੇ ਗੱਲ ਪੂਰਨ ਦੀ ਚੱਲ ਰਹੀ। ਹੁਣ ਉਸ ਪੂਰਨ ਪਰਿਪੂਰਨ ਪਰਮੇਸ਼ਰ ਦੇ ਨਾਲ ਸਾਡਾ ਪ੍ਰੇਮ ਵੀ ਪੂਰਨ ਹੋਵੇ, ਮੁਕੰਮਲ ਪ੍ਰੇਮ ਹੋਵੇ, ਇਹ ਨਹੀਂ ਅਧੂਰਾ ਹੋਵੇ। ਪੂਰਨ ਪ੍ਰੇਮ ਪ੍ਰਤੀਤ ਸਜੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਟ ਭੂਲ ਨ ਮਾਨੈ। ਬ੍ਰਤ, ਵਰਤ ਰੱਖਣੇ। ਹੁਣ ਸਾਡੀਆਂ ਭੈਣਾਂ ਬੀਬੀਆਂ ਮਾਤਾਵਾਂ ਜਿਹੜੀਆਂ ਨੇ ਵਰਤ ਰੱਖ ਲੈਂਦੀਆਂ ਨੇ। ਆਹ ਜਿਹੜੇ ਸਨਾਤਨ ਧਰਮ ਦੇ ਵਿੱਚ ਲੋਕ ਵਰਤ ਰੱਖਦੇ ਨੇ ਤੇ ਅਸੀਂ ਵੀ ਵਰਤ ਰੱਖੀ ਜਾਂਦੇ ਹਾਂ, ਅਸੀਂ ਵੀ ਵਰਤ ਰੱਖਦੇ ਹਾਂ। ਤੇ ਮੈਂ ਇੱਕ ਵਾਰੀ ਗੁਰਦੁਆਰਾ ਸੀਸਗੰਜ ਸਾਹਿਬ ਇਹ ਗੱਲ ਸੁਣਾਈ ਸੀ, ਜਦੋਂ ਕਰਵਾ ਚੌਥ ਹੁੰਦਾ ਉਦੋਂ ਹਰ ਕੋਈ ਵਰਤ ਰੱਖਦਾ। ਤੇ ਵਰਤ ਜਦੋਂ ਰੱਖਣਾ ਹੁੰਦਾ ਹੈ ਉਦੋਂ ਫਿਰ ਨਵੇਂ ਕੱਪੜੇ ਪਾਏ ਜਾਂਦੇ ਨੇ, ਨਵੇਂ ਨਵੇਂ ਗਹਿਣੇ ਕਢਾਏ ਜਾਂਦੇ ਨੇ, ਫਿਰ ਬਿਊਟੀ ਪਾਰਲਰ ਤੇ ਜਾਇਆ ਜਾਂਦਾ ਹੈ। ਉਹਨਾਂ ਦੀ ਬੜੀ ਕਮਾਈ ਹੁੰਦੀ ਉਹਨਾਂ ਦਿਨਾਂ ਦੇ ਵਿੱਚ, ਬਿਊਟੀ ਪਾਰਲਰ ਵਾਲਿਆਂ ਦੀ। ਨਵੇਂ ਕੱਪੜੇ, ਨਵੇਂ ਗਹਿਣੇ, ਕਾਹਦੇ ਲਈ ਜੀ? ਵਰਤ ਰੱਖਿਆ, ਵਰਤ ਖੋਲ੍ਹਣਾ ਹੈ। ਮਹਿੰਦੀ ਲਵਾਈ ਜਾਂਦੀ ਹੈ, ਬੀਬੀਆਂ ਭੈਣਾਂ ਲਾਉਂਦੀਆਂ ਨੇ, ਚੂੜੀਆਂ, ਨਵੇਂ ਚੂੜੇ ਹੱਥਾਂ ਵਿੱਚ ਪਾਉਂਦੀਆਂ ਨੇ। ਪੁੱਛੋ ਵੀ ਕਾਸ ਲਈ ਪਾਏ ਜਾ ਰਹੇ ਨੇ, ਇੰਨਾ ਕਾਹਦੇ ਲਈ ਕੀਤਾ ਜਾ ਰਿਹਾ? ਕਿ ਵਰਤ ਰੱਖਿਆ ਹੈ। ਇਹ ਵਰਤ ਰੱਖਿਆ ਹੈ ਕਿ ਇੰਨਾ ਕੁਝ, ਇੰਨਾ ਇੱਕ ਮਾਲਕ ਮਨੁੱਖ ਹੈ, ਬੰਦਾ ਹੈ, ਉਹ ਵਿਚਾਰਾ ਗਰੀਬ ਹੈ, ਦਿਨੇ ਰਾਤ ਦਿਹਾੜੀ ਕਰਕੇ ਆਉਂਦਾ ਹੈ, ਮਜ਼ਦੂਰੀ ਕਰਕੇ ਆਉਂਦਾ ਹੈ, ਮਸੀਂ ਮਸੀਂ ਉਹ ਕੰਮ ਚਲਾ ਰਿਹਾ ਹੈ। ਉਹਦੇ ਸਿਰ ਤੇ ਇੰਨਾ ਭਾਰ ਪਾ ਰਿਹਾ, ਫਲਾਣੇ ਨੇ ਆਪਣੀ ਇਸਤਰੀ ਨੂੰ ਇੱਥੋਂ ਸੂਟ ਲਿਆ ਕੇ ਦਿੱਤਾ, ਇੱਥੋਂ ਚੂੜਾ ਲਿਆ ਕੇ ਦਿੱਤਾ, ਫਲਾਣੀ ਥਾਂ ਤੇ ਉਹ ਜਾ ਕੇ ਲਵਾ ਕੇ ਆਈ ਹੈ ਹੱਥਾਂ ਉੱਤੇ ਮਹਿੰਦੀ, ਮੈਂ ਵੀ ਉੱਥੇ ਲਵਾਉਣੀ ਹੈ। ਹੁਣ ਕਹਿੰਦਾ ਭੋਲੀਏ ਮੈਂ ਤੇ ਘਰ ਦਾ ਖਰਚਾ ਹੀ ਮਸੀਂ ਪੂਰਾ ਕਰਨਾ ਪਿਆ, ਆਪਾਂ ਇੰਨਾ ਖਰਚਾ ਨਹੀਂ ਕਰ ਸਕਦੇ, ਇਸ ਪਾਸੇ ਨਾ ਜਾ। ਕਹਿੰਦੀ ਤੂੰ ਜਿੱਥੋਂ ਮਰਜ਼ੀ ਲਿਆ, ਤੇਰਾ ਫਰਜ਼ ਹੈ ਲਿਆਉਣ ਦਾ, ਭਾਵੇਂ ਜਿਵੇਂ ਮਰਜ਼ੀ ਲਿਆ ਭਾਵੇਂ। ਤੇ ਜਦੋਂ ਇਸਤਰੀ ਨੇ ਜ਼ੋਰ ਦਿੱਤਾ ਤੇ ਉਹ ਫਿਰ ਗੁਨਾਹ ਕਰੇਗਾ ਹੀ ਨਾ, ਕਿਸੇ ਗਰੀਬ ਦਾ ਘਰ ਲੁੱਟੇਗਾ ਹੀ ਨਾ, ਕਿਸੇ ਦੇ ਗਲ 'ਚ ਅੰਗੂਠਾ ਦਵੇਗਾ ਹੀ ਨਾ ਬਈ ਹਾਂ ਵੀ ਮੈਂ ਹੁਣ ਘਰ ਲੈ ਕੇ ਜਾਣਾ ਹੈ। ਤਾਂ ਉਸ ਸਮੇਂ ਉਹ ਜਿਹੜਾ ਵਰਤ ਰੱਖਿਆ ਜਾਂਦਾ ਹੈ ਕਿ ਕੋਈ ਤੇ ਕਹਿੰਦੀ ਹੈ ਬੀਬੀ ਮੇਰੇ ਪਤੀ ਦੀ ਉਮਰ ਲੰਮੀ ਹੋਵੇ, ਤੇ ਲੰਮੀ ਉਮਰ ਕੀ ਹੈ? ਉਹਦਾ ਤੇ ਲਹੂ ਪੀਤਾ ਹੈ, ਉਹਦੇ ਤੇ ਜਾਨ ਨੂੰ ਬਣੀ ਹੋਈ ਹੈ। ਉਹ ਤੇ ਚਿੰਤਾ ਤੁਰ ਹੋਇਆ ਹੈ ਵੀ ਜਾਨ ਮੇਰੀ ਛੁੱਟੇ ਸਹੀ, ਵੀ ਇਹ ਮੇਰਾ ਖਹਿੜਾ ਛੱਡੇ। ਕੀ ਲੰਮੀ ਉਹਦੀ ਉਮਰ ਹੋਣੀ ਹੈ, ਤੇ ਚਿੰਤਾ ਤੁਰ ਹੋਈ ਪਈ ਹੈ। ਹੁਣ ਮੈਂ ਧਿਆਨ ਆਪ ਜੀ ਦਾ ਦਿਵਾਉਣਾ ਚਾਹੁੰਦਾ ਵਾਂ, ਉਹਨਾਂ ਦਿਨਾਂ 'ਚ ਵਰਤ ਰੱਖਿਆ ਜਾਂਦਾ ਹੈ ਤੇ ਇੱਥੇ ਤੇ ਨਹੀਂ ਕੋਈ ਦਿਸਦਾ, ਕਿਉਂਕਿ ਇਹ ਜਿਹੜੇ ਗੋਰੇ ਮੈਨ ਕਹਿੰਦਾ ਵੀ ਗੁਰੂ ਨਾਨਕ ਦੇ ਕਨਸੈਪਟ ਨੂੰ ਇਹਨਾਂ ਨੇ ਸੰਭਾਲਿਆ ਹੋਇਆ ਹੈ। ਇਹ ਜਿਹੜੇ ਲੋਕ ਨੇ ਗੁਰੂ ਨਾਨਕ ਦਾ ਮਾਰਗ ਤੇ ਹੀ ਤੇ ਤੁਰੇ ਜਾ ਰਹੇ ਨੇ, ਅਸੀਂ ਤੇ ਉਹਨੂੰ ਫਾਲੋ ਹੀ ਨਹੀਂ ਕੀਤਾ। ਇਹ ਇਵੇਂ ਜੇ ਕੰਮ ਨਹੀਂ ਕਰਦੇ, ਪਰ ਭਾਰਤ ਵਿੱਚ ਸਾਰੇ ਇਹੋ ਜਿਹੇ ਕੰਮ ਅਸੀਂ ਕਰਦੇ ਹਾਂ। ਫਿਰ ਉਹਨਾਂ ਦਿਨਾਂ ਦੇ ਵਿੱਚ ਨਾ ਰੇਹੜੀਆਂ ਦੇ ਉੱਤੇ ਕਰਵੇ ਲੈ ਕੇ ਨਾ ਜਿਹੜੇ ਵੇਚਣ ਵਾਲੇ ਹੁੰਦੇ ਨੇ, ਕਰਵੇ ਲੈ ਕੇ ਆਉਂਦੇ ਨੇ। ਕਰਵਾ ਇੱਕ ਨਿੱਕਾ ਜਿਹਾ ਬਰਤਨ ਹੁੰਦਾ ਹੈ, ਉਹਦੇ ਵਿੱਚੋਂ ਛੇਕ ਕੱਢਿਆ ਹੁੰਦਾ, ਉਹਨੂੰ ਕਰਵਾ ਆਖਦੇ ਨੇ। ਕਰਵਾ, ਉਹਦੇ ਵਿੱਚੋਂ ਛੇਕ ਆਰ ਪਾਰ ਕੱਢਿਆ ਹੁੰਦਾ। ਇੱਕ ਭਾਂਡਾ ਹੁੰਦਾ ਹੈ ਮਿੱਟੀ ਦਾ ਬਰਤਨ ਗੋਲ ਜਿਹਾ, ਉਹਦੇ ਵਿੱਚੋਂ ਛੇਕ ਕੱਢਿਆ ਹੁੰਦਾ, ਉਹਨੂੰ ਕਰਵਾ ਕਹਿੰਦੇ। ਉਹ ਕਰਵਾ ਕਿਉਂ, ਉਹਦੇ ਵਿੱਚੋਂ ਛੇਕ ਕਿਉਂ ਕੱਢਿਆ ਹੋਇਆ, ਇਹ ਵੀ ਮੈਂ ਦੱਸਦਾ ਹਾਂ। ਹੁਣ ਜਦੋਂ ਇਸਤਰੀ ਜਦਨ ਸੱਜ ਧੱਜ ਕੇ ਇਵੇਂ, ਭਾਵੇਂ ਉਹ 20 ਸਾਲਾਂ ਦੀ ਹੋਵੇ ਤੇ ਭਾਵੇਂ ਉਹ 50 ਸਾਲਾਂ ਦੀ ਹੋਵੇ, ਇੰਜ ਸੱਜ ਧੱਜ ਕੇ ਆਪਣਾ ਸ਼ਿੰਗਾਰ ਕਰਦੀ ਹੈ ਵੀ ਜਿਵੇਂ ਹੁਣੇ ਹੀ ਡੋਲੇ ਚੋਂ ਕੱਢਿਆ ਹੋਵੇ। ਇੰਨਾ ਉਹਨੇ ਸ਼ਿੰਗਾਰ ਕੀਤਾ ਹੁੰਦਾ, ਕਾਸਲੇ ਕੀਤਾ ਹੁੰਦਾ। ਧਿਆਨ ਦਿਆ ਜੀ, ਇੱਕ ਇਹਦੀ ਵਿਥਿਆ ਹੈ। ਮਿਥਿਆ ਲਾ ਲਓ ਜਾਂ ਵਿਥਿਆ ਲਾ ਲਓ ਜਾਂ ਮਿਥਿਹਾਸ ਜਾਂ ਇਤਿਹਾਸ ਲਾ ਲਓ, ਸਾਨੂੰ ਸਮਝਣ ਦੀ ਗੱਲ, ਸਿਰਫ ਸਮਝਣਾ ਇਹਦੇ ਤੋਂ। ਕੋਈ ਮਨੁੱਖ ਆਪਣੀ ਸੱਜ ਵਿਆਹੀ ਇਸਤਰੀ ਨੂੰ ਨਾਲ ਲੈ ਕੇ ਤੁਰਿਆ ਜਾ ਰਿਹਾ ਤੇ ਅੱਗੋਂ ਸ਼ੈਤਾਨ ਆ ਗਿਆ। ਕਹਿੰਦਾ ਕਿੱਧਰ ਚੱਲਿਆ? ਕਹਿੰਦਾ ਮੈਂ ਸ਼ਹਿਰ ਮੇਲੇ ਚੱਲਿਆ ਜਾਂ ਸਹੁਰੇ ਚੱਲਿਆ ਜਾਂ ਕਿੱਧਰ ਵੀ ਕਹਿ ਲਓ, ਮੈਂ ਜਾ ਰਿਹਾ। ਤੇ ਉਹ ਵੀ ਨਾਲ ਤੁਰ ਪਿਆ ਤੇ ਗੱਲੀ ਪੈ ਗਿਆ ਤੇ ਗੱਲੀ ਪੈ ਗਿਆ। ਥੋੜੀ ਦੂਰ ਤੱਕ ਗਿਆ, ਕਹਿੰਦਾ ਇਹ ਇਸਤਰੀ ਤੇ ਮੇਰੀ ਹੈ। ਉਹ ਕਹਿੰਦਾ ਕਮਲਾ ਹੋ ਗਿਆ,
ਹੁਣੇ ਤੂੰ ਮੇਰੇ ਨਾਲ ਤੁਰਿਆ, ਮੇਰੀ ਇਸਤਰੀ ਨੂੰ ਤੂੰ ਕਿਵੇਂ ਕਹਿ ਰਿਹਾ ਮੇਰੀ? ਆਪਸ ਵਿੱਚ ਲੜਨਾ, ਜਿੱਥੇ ਲੋਕ ਇਕੱਠੇ ਹੋਏ ਹੁੰਦੇ ਨੇ ਨਾ ਉੱਥੇ ਸ਼ੁਰੂ ਹੋ ਗਏ ਆਪਸ ਵਿੱਚ। ਉਹਨੇ ਸ਼ੈਤਾਨ ਨੇ ਵੇਖਿਆ ਵੀ ਜਿੱਥੇ ਲੋਕ ਇਕੱਠੇ ਹੋਏ ਨੇ ਨਾ, ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਹੈਗੀ, ਉੱਥੇ ਲੜਨਾ ਸ਼ੁਰੂ ਕਰ ਦਿੱਤਾ, ਬਹਿਸ ਕਰਨੀ ਸ਼ੁਰੂ ਕਰ ਦਿੱਤਾ। ਕਹਿੰਦਾ ਮੇਰੀ ਇਸਤਰੀ ਹੈ, ਮੈਂ ਇਹ ਲਈ ਜਾਂਦਾ, ਸ਼ੈਤਾਨ ਕਹਿੰਦਾ, ਉਹ ਕਹਿੰਦਾ ਇਹ ਮੇਰੀ ਇਸਤਰੀ ਹੈ, ਐਵੇਂ ਕਹੀ ਜਾਂਦਾ। ਆਪਸ ਵਿੱਚ ਲੜਨਾ ਸ਼ੁਰੂ ਹੋ ਗਏ। ਤੇ ਉਦੋਂ ਸਿਆਣੇ ਜਿਹੜੇ ਹੁੰਦੇ ਸਨ, ਪੰਚਾਇਤੀ ਲੋਕ ਹੁੰਦੇ ਸਨ, ਸਿਆਣੇ ਹੁੰਦੇ ਸਨ, ਕਹਿੰਦੇ ਬਈ ਇੰਝ ਕਰੋ, ਕੋਈ ਸ਼ਰਤ ਰੱਖਨੇ ਆ, ਕੰਡੀਸ਼ਨ ਲਾ ਦਿੰਦੇ ਆ, ਜਿਹਦੀ ਇਸਤਰੀ ਹੋਏਗੀ ਉਹ ਪਤਾ ਲੱਗ ਜਾਏਗਾ। ਹਾਂ, ਕਹਿੰਦਾ ਕੰਡੀਸ਼ਨ ਲਾ ਦਿਓ, ਮੈਂ ਤਿਆਰ ਹਾਂ ਕੰਡੀਸ਼ਨ, ਜਿਹੜੀ ਤੁਸੀਂ ਕੰਡੀਸ਼ਨ ਲਾਓਗੇ। ਤੇ ਜਿਹੜਾ ਬਣਦਾ ਚਤਰ ਹੁੰਦਾ ਹੈ ਨਾ, ਬੜੀ ਛੇਤੀ ਬੋਲਦਾ, ਕਹਿੰਦਾ ਆਹ ਕੰਡੀਸ਼ਨ ਲਾਓ। ਉਹਨੂੰ ਪਤਾ ਸੀ, ਕਹਿੰਦਾ ਇੱਕ ਕੋਈ ਭਾਂਡਾ ਲਓ ਤੇ ਉਹਦੇ ਵਿੱਚ ਮੋਰੀ ਕੱਢੋ, ਤੇ ਜਾਂ ਤੇ ਇਹਨੂੰ ਕਹੋ ਵੀ ਇਹ ਉਹਦੇ ਵਿੱਚੋਂ ਨਿਕਲ ਜਾਵੇ, ਜਾਂ ਮੈਂ ਨਿਕਲ ਜਾਵਾਂਗਾ। ਜਿਹੜਾ ਨਿਕਲ ਜਾਏਗਾ ਨਾ ਇਹਦੇ ਮੋਰੇ ਦੇ ਵਿੱਚੋਂ, ਉਹਦੇ ਘਰ ਵਾਲੀ ਹੋਏਗੀ। ਸ਼ੈਤਾਨ ਨੇ ਕਿਹਾ ਵੀ ਜਿਹੜਾ ਇਸ ਮੋਰੇ ਵਿੱਚੋਂ ਨਿਕਲ ਜਾਏਗਾ ਉਹਦੇ ਘਰ ਵਾਲੀ ਹੋਏਗੀ। ਹੁਣ ਲੋਕਾਂ ਨੇ ਕਿਹਾ ਵੀ ਇਹ ਤੇ ਬੜਾ ਔਖਾ ਜਿਹਾ ਕੰਮ ਹੈਗਾ ਬਈ, ਵੀ ਇਹਦੇ ਵਿੱਚੋਂ ਦੋਵੇਂ ਹੀ ਨਹੀਂ ਨਿਕਲ ਸਕਦੇ। ਕਹਿੰਦੇ ਵੀ ਚਲੋ ਨਿਕਲੋ, ਜਿਹੜਾ ਨਿਕਲ ਜਾਏਗਾ ਉਹਦੇ ਘਰ ਵਾਲੀ ਹੋਣੀ। ਉਹ ਸ਼ੈਤਾਨ ਸੀ, ਉਹਨੇ ਆਪਣਾ ਸਰੀਰ ਆਕਾਰ ਛੋਟਾ ਕਰਕੇ ਤੇ ਉਹਦੇ ਮੋਰੇ ਦੇ ਵਿੱਚੋਂ ਨਿਕਲ ਗਿਆ। ਤੇ ਫਿਰ ਉਹ ਕਹਿਣ ਲੱਗਾ ਹੁਣ ਦੱਸੋ ਨਾ ਵੀ ਸਾਰੇ ਜਿਹੜੀ ਪਰੇ ਲੱਗੀ ਹੈ ਪੰਚਾਇਤ, ਤੁਹਾਡਾ ਹੀ ਫੈਸਲਾ ਹੈ ਨਾ ਬਈ ਇਹ ਜਿਹੜਾ ਇਸ ਮੋਰੇ ਵਿੱਚੋਂ ਨਿਕਲੇਗਾ ਉਹਦੀ ਇਸਤਰੀ ਹੈ। ਤੇ ਹੁਣ ਇਸਤਰੀ ਮੇਰੀ ਹੋ ਗਈ। ਕਹਿੰਦਾ ਹਾਂ, ਸਾਰੇ ਪਰਿਆਂ ਵਾਲੇ ਨੇ ਕਹਿ ਦਿੱਤਾ ਵੀ ਇਹਦੀ ਹੋਈ ਹੈ, ਇਹਦੀ ਹੈ, ਤੇਰੀ ਹੈ। ਵੀ ਹੁਣ ਲੈ ਕੇ ਤੁਰਨ ਲੱਗਾ ਤੇ ਜਿਹਦਾ ਹੀ ਵਾਕਿਆ ਹੀ ਸੀ ਉਹ ਰੋਣ ਲੱਗ ਪਿਆ। ਕਹਿੰਦਾ ਤਰਲਾ ਬੌੜੇ, ਮੇਰੇ ਨਾਲ ਐਡਾ ਵੱਡਾ ਧੱਕਾ ਨਾ ਕਰ, ਮੇਰੇ ਨਾਲ ਇਹੋ ਜਿਹਾ ਪਾਪ ਗੁਨਾਹ ਨਾ ਕਰ। ਤੇ ਜਦੋਂ ਬੌੜੀ ਕਰਨ ਲੱਗਾ, ਹੱਥ ਜੋੜੇ ਤੇ ਪੈਰਾਂ ਤੇ ਡਿੱਗਿਆ। ਤੇ ਸ਼ੈਤਾਨ ਕਹਿੰਦਾ ਇੱਕ ਗੱਲ ਹੈ, ਜਾਂ ਵਾਕਿਆ ਹੀ ਮੈਂ ਤੇਰੇ ਨਾਲ ਧੱਕਾ ਕਰਦਾ ਪਿਆ, ਵੇ ਹੈ ਇਸਤਰੀ ਤੇਰੀ ਹੋਈ ਹੈ, ਤੂੰ ਲੈ ਜਾ, ਪਰ ਇੱਕ ਮੈਨੂੰ ਵਚਨ ਦੇ ਕੇ ਜਾ। ਕਹਿੰਦਾ ਉਹ ਕਿਹੜਾ? ਕਹਿੰਦਾ ਇੱਕ ਵਚਨ ਦੇ ਕੇ ਮੈਨੂੰ ਜਾ। ਵੀ ਉਹ ਕਿਹੜਾ? ਕਹਿੰਦਾ ਇੱਕ ਦਿਨ ਸਾਲ ਦੇ ਵਿੱਚ ਮੇਰੀ ਹੋਏਗੀ, ਹਰ ਸਾਲ ਬਾਅਦ ਇੱਕ ਦਿਨ ਮੇਰੀ ਜ਼ਰੂਰ ਹੋਵੇਗੀ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਜੇ ਤੂੰ ਇਹਨੂੰ ਲਿਜਾਣਾ ਚਾਹੁੰਦਾ, ਹੈ ਤੇਰੀ ਆ, ਜਾਂ ਤੂੰ ਇਹਨੂੰ ਲੈ ਜਾ, ਪਰ ਸਾਲ ਵਿੱਚ ਇੱਕ ਦਿਨ ਮੇਰੀ ਹੋਏਗੀ। ਤੇ ਜਿੱਦਣ ਇਹ ਮੇਰੀ ਹੋਏਗੀ ਨਾ, ਇਹ ਜਿਵੇਂ ਹੁਣ ਸੱਜ ਧੱਜ ਕੇ ਡੋਲੇ ਵਿੱਚੋਂ ਜਿਵੇਂ ਪਾਈ ਹੋਈ ਹੈ, ਤੇ ਕੱਢ ਕੇ ਚੂੜਾ ਤੇ ਮਹਿੰਦੀ ਇਹਦੇ ਲਾਈ ਹੈ, ਤੇ ਸੋਹਣੇ ਇਹਨੇ ਗਹਿਣੇ ਪਾਏ ਹੋਏ ਨੇ, ਇਸੇ ਤਰ੍ਹਾਂ ਇਹਨੂੰ ਸਜਾਈ, ਇਸੇ ਤਰ੍ਹਾਂ ਤਿਆਰ ਕਰੀ, ਐਵੇਂ ਹੀ ਸੋਹਣੇ ਕੱਪੜੇ ਗਹਿਣੇ ਇਹਦੇ ਗਲ ਵਿੱਚ ਹੋਣੇ ਚਾਹੀਦੇ ਨੇ। ਜੇ ਮੈਂ ਤੈਨੂੰ ਇਹਨੂੰ ਜਾ ਦੇ ਦੇਣਾ, ਇੱਕ ਦਿਨ ਮੇਰੀ ਹੋਣੀ ਚਾਹੀਦੀ ਹੈ। ਤੇ ਬੰਦਾ ਫਿਰ ਸਾਰਾ ਦਿਨ ਕੰਮ ਕਰਦਾ, ਦਿਹਾੜੀ ਦੱਪਾ ਕਰਕੇ, ਫਿਰ ਉਸ ਦਿਨ ਉਹਨੇ ਮਹਿੰਦੀ ਵੀ ਲਾਉਣੀ ਹੁੰਦੀ, ਉਹਨੇ ਗਹਿਣੇ ਵੀ ਪਾਉਣੇ ਹੁੰਦੇ ਨੇ, ਮੁੱਲ ਦੇ ਕੱਪੜੇ ਵੀ ਚੰਗੇ ਵੀ ਲਿਆ ਕੇ ਪਾਉਣੇ ਹੁੰਦੇ ਨੇ। ਤੇ ਫਿਰ ਇੱਕ ਦਿਨ ਉਹ ਸ਼ੈਤਾਨ ਦੇ ਘਰ ਵਾਲੀ ਬਣਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਨਹੀਂ ਆਉਣੀ ਚਾਹੀਦੀ? ਅਸੀਂ ਆਪਣੇ ਪਤੀ ਤੋਂ ਇਲਾਵਾ ਅਸੀਂ ਸ਼ੈਤਾਨ ਦੀ ਇਸਤਰੀ ਇੱਕ ਦਿਨ ਬਣਨਾ ਹੈ ਕਿ ਨਹੀਂ ਬਣਨਾ? ਤੇ ਗੁਰੂ ਪਿਆਰਿਓ, ਆਪਾਂ ਨਹੀਂ ਬਣਨਾ। ਇਹ ਗੁਰੂ ਮੈਨੂੰ ਕਹਿੰਦਾ ਨਹੀਂ, ਜਿਹਦਾ ਇੱਕ ਵਾਰੀ ਜਿਹਦਾ ਲੜ ਫੜ ਲਿਆ ਉਹਦਾ ਹੀ ਫੜਨਾ ਹੈ, ਹੁਣ ਦੂਸਰੇ ਦਾ ਨਹੀਂ ਫੜਨਾ। ਤੇ ਜੇ ਦੂਸਰੇ ਦਾ ਫੜੇਗੀ ਤੇ ਪਤੀ ਬ੍ਰਤਾ ਨਹੀਂ ਰਹੇਗੀ। ਇਸ ਕਰਕੇ ਤੂੰ ਦੂਸਰੇ ਦਾ ਲੜ ਨਾ ਫੜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਭਾਦਰੋਂ ਵਾਲੇ ਦਿਨ ਸਾਨੂੰ ਕਿਹਾ ਸੀ, ਭਾਦੋਏ ਬ੍ਰਹਮ ਭੁਲਾਣੀਆਂ ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਹੁਣ ਜਿਹੜੀਆਂ ਇਸਤਰੀਆਂ ਵਰਤ ਰੱਖਦੀਆਂ ਹਨ, ਜਿਹੜੀ ਮੈਂ ਆਪ ਨਾਲੇ ਬਚਨ ਸਾਂਝੇ ਕੀਤੇ ਨੇ, ਮੈਂ ਤਾਂ ਕਵਾਂਗਾ ਹੱਥ ਜੋੜ ਕੇ, ਭੈਣੋ ਤੁਸੀਂ ਤੇ ਰੱਖਿਆ ਜੇ ਨਾ। ਕਿਉਂ ਸ਼ੈਤਾਨ ਦੇ ਘਰ ਵਾਲੀ ਅਸੀਂ ਇੱਕ ਦਿਨ ਸਾਡੀਆਂ ਬੀਬੀਆਂ ਭੈਣਾਂ ਬਣ? ਕਿਉਂ? ਕਾਰਨ ਕੀ ਹੈ? ਅਸੀਂ ਤੇ ਆਪਣੇ ਗੁਰੂ ਦਾ ਲੜ ਫੜਿਆ ਹੈ, ਅਸੀਂ ਦੂਸਰੇ ਦਾ ਹੋਰ ਦਾ ਕਿਉਂ ਫੜੀਏ? ਤੇ ਜਦੋਂ ਆਨੰਦ ਕਾਰਜ ਹੋਇਆ ਸੀ, ਉਧਰ ਕੀਰਤਨੀਆਂ ਨੇ ਗਾਇਆ ਸੀ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਛੋੜਿਆ, ਹੱਬ ਕਿਛ ਤਿਆਗੀ, ਹੱਬ ਵਜਾਈ ਮੈਂ ਸਾਰਿਆਂ ਨੂੰ ਛੱਡ ਦਿੱਤਾ, ਹੱਬ ਕਿਛ ਤਿਆਗੀ, ਹੱਬੇ ਸਾਖ। ਇਹ ਜਿੰਨੇ ਵੀ ਸਾਖ ਸੰਬੰਧੀ ਨੇ, ਧੀਆਂ ਭੈਣਾਂ ਭਰਾ
जिन्ने भी घर दे मैंबर पेका घर जिहड़ा मेरा आया है मैं जा इन्हां नूं भी अज छड्ड दिता है। पति जी धन गुरु ग्रंथ साहिब जी दे सन्मुख अज मैं तेरा लड़ फड़िया है। जिन्ने आए ने ना मैनू तोरन वास्ते अज मैं इन्हां नूं तेरी थां ते अज होर किसी नूं तेरे जगह ते दर्जा नहीं देना। भावें माँ होवे भावें प्यो होवे भावें भरा होवे जिन्ने मर्जी मेरे संसार दे विच ये पेका घर दे मैंबर ने जिथे मैं तेनों थां दित्ती मैं होर नूं हुण थां नहीं दे सकदी। मैं तेरा लड़ फड़ लिया। शब्द ते आ पढ़िया सी जदन आनंद कारज होया सी। हब्बे साख कूड़ आवे झूठे ने तो पल्ले तैंडे लागी। मैं तां तेरा पल्ला फड़िया उस्तत निंदा नानक जी मैं हब वंजाई छोड़िया हब किश त्यागी। सब्बे साख कूड़ आवे इथे झूठे क्या है तो मैं तेरा पल्ला फड़िया। ते गुरु प्यारिओ जिवें एक इस्त्री अपने पति का पल्ला फड़ के दूसरिया का फड़दी चंगा नहीं लगती। शोभा नहीं संसार दे विच परिवार दे विच बरादरी दे विच उहनूं शोभा नहीं पाउंदी। ते मेरा गुरु कहंदा है मनुख तू अपने गुरु का पल्ला फड़ के किरे सोहणे सोहणे कपड़े पा के होर जाके कबरां ते ना जाके मत्था टेकदा फिरिया कर। होरां होरां दा पल्ला ना फड़िया कर। सोहणे कपड़े पा के अपने धन गुरु ग्रंथ साहिब महाराज कोल आया कर। ते जद असीं कई बारी किसी सीनियर अफसर नूं मिलण जाना होवे ना उत्थे ते अपनी बॉडी लैंगवेज भी चंगी रखते हैं। उत्थे ते कपड़े भी पूरे पा के जाने आ। ते गुरुद्वारे कई बारी दातन करते करते ही आ जाने भी चल सवेरे नहाउणा है आके काम वेख लांगे। दातन करते करदे गुरुद्वारा ही होइए नाले मत्था ही टेक आईए नाले दातन भी मुँह च पाई होंदी बाहर सुट के चल मत्था टेक आउने। नहीं जदों गुरु कोल आवे ना गुरु कोल भी तू सज फब के आया कर। गुरु नूं भी तू भावेंगा चंगा लगेगा। सोहणे बस्तर पा के आया कर तां चंगा लगेगा। गुरु प्यारिओ असीं कई बारी गुरु घर एवें आ जाने ये मेरा गुरु कहंदा जे तो पल्ला फड़े ते छड्डी ना घुट के फड़ लवीं। ते मेरे साहिब जी कह रहे ने गुर जी के दर्शन किवें जी पार ब्रह्म पूरन गुरदेव। हे पार ब्रह्म पूरन मुकम्मल गुरदेव देण वालिया दातिया कर किरपा मेरे उत्ते किरपा कर। कदी तरला लईए गुरु ग्रंथ साहिब महाराज कर किरपा मेरे ते मेहर कर। की करे लागों तेरी सेव मैं तेरी सेवा ते सिमरन विच लगा। मैं होरां दी सेवा सिमरन विच ना लगा रहा। मैं होरां दरां दरां ते ना फिरदा रवां जां फिरदी रवां। मेरे ते किरपा कर लागों तेरी से मैं तेरी सेवा विच जुड़ जावां। ते जे सेवा विच जुड़ांगे ते जे जिस दी सेवा करदे होइए फिर उहदे दर्शन नहीं होणगे। हुण पत्नी जिहड़ी है पति दी सेवा करदी होवे ते पति दे दीदार नहीं होणगे। होणगे जदों गुरु दे दर्शन सेवा ते सिमरन जुड़ विच जुड़ जाएगा मनुख ते तैनूं गुरु दे दीदार भी हो जाणगे। गुरु दे दर्शन होणगे ते जदों दर्शनां दी चाहत होवे फिर ये आख्या कर गुर जी के दर्शन को बल जाऊं। बल बल मीन सदके जावां गुरु दे दर्शनां तों ते अंदरों गा दर्शन प्यासी दिन रात। दातिया मैनूं तेरे दर्शनां दी दिने रात प्यास है। ते जिहदे अंदर प्यास होंदी है उहनूं मिलाप भी जरूर होंदा। उहदी प्यास बुझदी भी है। प्यास तेरे अंदर होवे तेरा मिलाप विच प्यास बुझ जाएगी। पर तेरे अंदर प्यास ते होवे ना मिलाप दी। जदों पपीहे नूं प्यास लगदी है ते वह भी प्रियों प्रियों करदा है। ते जदों प्रियों प्रियों करदा है विलकदा है मूँह उपर नूं करदा है ते वरखा होंदी है स्वांति बूंद दे मूँह च पैंदी है ते ओहदी भी प्यास बुझ जाती है। मेरे साहिब जी दे चरनां च कर अरदास बंदिया गुर जी के दर्शन को बल जाऊं। हे दातिया मैं तेरे दर्शनां तो बलिहार जावां। किवें जावां जी जप जप जीवां। मैं जिंदा ही तां हां मैं जदों तैनूं जपां। जदों मैं तेरे चरनां दे विच आवां तेरे चरनां नूं घुट के पकड़ लवां तां ही मेरी
जे मैं तेन जपा ना तो मेरी मौत हो जाती है। एक घड़ी ना मिलते ता कल जोग होता, हुण कद मिलिया पिया तुद भगवंता। मोहे रैण ना विहावै नींद ना आवे, बिन देखे गुर दरबारे जियो। साडा ते महीना लंघ जांदा जी, भादरों की संक्रांत वाले दिन वाहवा संगत आई सी, हुण कोई भी नहीं हैगी। मैं सवेरे कला ही कथा कर लिया, एक प्रेमी इस पासे बैठा, वो भी लत्तां लम्मियां करके बैठा। मैं क्या मना कथा किनूं सुणाउण डिया तूं? फिर मैं क्या मैं अपने गुरु दे गुण गा रहा, मैं लगा रहा। ते गुरु प्यारिओ की महीने बाद ही भादरों वाले दिन बड़ी संगत सी, हुण असू नहीं आवेगी लगदा। वो रोज ही आया करो, रोज ही गुरु चरणों में जुड़िया करो। गुटका साहब लैके जो बहिंदे हो, उहदे उत्ते लिखिया होया है नित नेम। वो साडा रोज का निता प्रति का नेम है, रोज गुरुद्वारे आउणा, जरूर हाजरी लाया करो। ते मेरे सतगुरु जी कहते पे ने, मैं नहीं कोलों आखदा, मेरे पातशाह कहते ने एक घड़ी ना मिलते ता कल जुग होता, हुण कद मिलिया प्रिया तुद भगवंता। मोहे रैण ना विहावै नींद ना आवे, बिन देखे गुर दरबारे जियो। हे दातिया तेरे दर ना आईए, तेरे घर ना आईए ते फिर उन्ना चिर सानू नींदर ही नहीं पैंदी। सानू तो एक महीना पै जाती है। मेरे साहब जी कह रहे ने, जप जप जीवा सतगुर नाम। हे दातिया मैं तेरा नाम जप जप के जीवदा वां। रहाओ चरण कमल हिरदय और थारी, हिरदय विच और हिरदे अंदर चरण कमल। चरण तो भाव है गुरु का उपदेश। चरण कमल असी पैरों नूं भी चरणों नूं भी आखदे ने भी गुरु दे चरण कमल। पर जे ये होर थोड़े जे गहराई दे नाल अर्थ करिए, चरण हुंदे हन गुरु का उपदेश। हिरदय चरण शब्द सतगुर को, जिहड़े गुरु का उपदेश है, गुरु की सिक्ख्या है, मनुख जदों तू हिरदे दे विच वसा लेगा ना, अगे आ गया कमल। ते तेरे जेड़ा हिरदे विच जे गुरु दे चरण मीनस गुरु का उपदेश, गुरु की सिक्ख्या वसाएगा, तेरा हिरदा रूपी कौल सदा खिड़िया रहेगा। कदी इहदे च मुरझा आएगा ही नहीं, कदी इहदे विच सोग आएगा ही नहीं। तेरा मन हिरदा रूपी कौल सदा विकास विच रहेगा, सदा खड़ाव विच रहेगा, जे तू गुरु का लड़ घुट के फड़ी रखेगा। चरण कमल हिरदय और धारी, मन तन धन। मेरे मन का भी आसरा है गुरु, मेरे धन का भी आसरा है गुरु, ते मेरे तन का भी। हुण धन की राखी रखण लई असीं चौकीदार रखते हैं, तन की राखी लई असीं बाडीगार्ड रखते हैं, है ना जी। अंग रखिया उन्होंने कहते हैं Z+, कईयां ने सिक्योरिटी लई होंदी है। ते गुरु नूं कह दे मेरा मन का भी राखा तू दातिया, मेरे धन का भी ते मेरे तन का भी। मन तन धन गुर प्राण आधारी। गुरु ही मेरे प्राणा का आसरा है, गुरु ही मेरे धन का, गुरु ही मेरे तन का, ते गुरु ही मेरे मन का आसरा है। सफल जन्म होवै परवान। ते जिहड़ा गुरु नूं आसरा बना लैंदा है ना, उहदा जिहड़ा जन्म है सफल हो जाता है। गुर पार ब्रह्म निकट कार जान। निकट मीनस नेड़े, जिन्हां ने पार ब्रह्म परमात्मा नूं अपने नेड़े करके वेखिया है भी रब बड़ा ही नेड़े है, उन्हां नूं कोई अंग रखे की लोड़ नहीं पैंदी। क्यों कहता मेरा गुरु मेरे नेड़े है, ताते वाव ना लग गई पार ब्रह्म शरण आई। संत धूर पाई है वड भागी। हे भाई इहो जिहां दे चरणां दी तूड़ वड्डियां भागां नाल मिलदी है। नानक गुर भेटत हर स्यों लिव लागी। नानक गुरु जी कहते ने भेटत तो भाव है गुरु का जदों मिलाप हो जाए तो गुरु रहमत कर देंदा है। हर स्यों लिव लागी, उदों रब दे नाल लिव लग जाती है। तो जदों रब नाल लिव लग जाए उदों लोक ते परलोक सवर जाते ने। ये जिहड़ा शब्द है गुरु, ये साडी रब नाल लिव जोड़न वास्ते है। जे रब नाल जिन्हां दी लिव लग गई उन्हां दा लोक परलोक सवर जाता है। गुरु अगे अरदास करिए, पातशाह साडी ते लिव लगी नहीं कदी अज तक, किरपा करी साडी भी लग जाए। वाहिगुरू जी का खालसा, वाहिगुरू जी की